YouTube ਦੇ ਚੈਨਲ ਸੈਣੀ ਕੈਫੇ ਬੜਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ SSC ਵੱਲੋਂ ਨਿਕਲੀਆਂ ਪੋਸਟਾਂ ਦੇ ਬਾਰੇ ਵਿੱਚ ਜਾਣਕਾਰੀ ਲਵਾਂਗੇ। SSC ਵੱਲੋਂ ਕੌਂਸਟੇਬਲ GD ਦੀਆਂ ਵੈਕੈਂਸੀਆਂ ਕੱਢੀਆਂ ਗਈਆਂ ਨੇ। ਇਹ ਵੈਕੈਂਸੀਆਂ ਬਹੁਤ ਹੀ ਜ਼ਿਆਦਾ ਹਨ ਅਤੇ 10ਵੀਂ ਬੇਸ ਹਨ। 10ਵੀਂ ਤੋਂ ਬਾਅਦ ਬੱਚਿਆਂ ਨੂੰ GD ਜਾਂ ਕੌਂਸਟੇਬਲ ਦੀ ਵੈਕੈਂਸੀ ਦੇ ਲਈ ਬਹੁਤ ਇੰਟਰਸਟ ਹੁੰਦਾ, ਇਸ ਲਈ ਅਸੀਂ ਇਸ ਦੇ ਬਾਰੇ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਲਵਾਂਗੇ। ਐਪਲੀਕੇਸ਼ਨ ਨੂੰ ਫਿਲ ਕਰਨ ਦਾ ਸਮਾਂ 17 ਤਾਰੀਖ ਤੋਂ ਲੈ ਕੇ 31 ਅਗਸਤ 2021 ਤੱਕ ਦਾ ਹੈ। 17 ਜੁਲਾਈ ਨੂੰ ਫਾਰਮ ਫਿਲਿੰਗ ਸ਼ੁਰੂ ਹੋਏਗੀ ਅਤੇ ਇਸ ਦੀ ਆਖਰੀ ਮਿਤੀ 31/8/2021 ਹੋਏਗੀ ਅਤੇ ਰਾਤ 11:30 ਵਜੇ ਤੱਕ ਤੁਸੀਂ ਇਸ ਨੂੰ ਫਿਲ ਕਰ ਸਕਦੇ ਹੋ। ਅਤੇ ਇਸ ਦੀ ਲਾਸਟ ਪੇਮੈਂਟ ਡੇਟ ਹੈ ਜੋ ਉਹ ਤੁਸੀਂ 2 ਸਤੰਬਰ 2021 ਨੂੰ ਰਾਤ 11:30 ਵਜੇ ਤੱਕ ਤੁਸੀਂ ਫੀਸ ਔਨਲਾਈਨ ਪੇ ਕਰ ਸਕਦੇ ਹੋ। ਅਗਰ ਤੁਸੀਂ ਫੀਸ ਚਲਾਨ ਦੇ ਥਰੂ ਦੇਣਾ ਚਾਹੁੰਦੇ ਹੋ ਤਾਂ ਤੁਹਾਡੀ ਆਖਰੀ ਮਿਤੀ 4 ਸਤੰਬਰ 2021 ਹੋਵੇਗੀ ਅਤੇ ਸਮਾਂ ਰਾਤ 11:30 ਵਜੇ ਤੱਕ ਦਾ ਹੋਵੇਗਾ। ਅਤੇ ਇਸ ਤੋਂ ਬਿਨਾਂ ਇਸ ਵਿੱਚ ਇੱਕ ਟੈਸਟ ਹੋਏਗਾ ਜਿਸ ਨੂੰ CBT ਟੈਸਟ, ਕੰਪਿਊਟਰ ਬੇਸਡ ਟੈਸਟ ਕਿਹਾ ਜਾਂਦਾ ਹੈ। ਅਤੇ ਇਸ ਵਿੱਚ ਜੋ ਮੇਨ ਕੌਂਸਟੇਬਲ ਹੈ ਉਹ ਰੱਖੇ ਜਾਣੇ ਹਨ। ਸਭ ਤੋਂ ਪਹਿਲੇ ਬੋਰਡਰ ਸਿਕਿਉਰਿਟੀ ਫੋਰਸ ਵਿੱਚ ਹੈ, ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਹੈ ਅਤੇ ਇੰਡੋ ਤਿਬੇਟਨ ਬੋਰਡਰ ਪੁਲਿਸ ਫੋਰਸ ITBP ਦੇ ਨਾਲ ਜਾਣਿਆ ਜਾਂਦਾ ਜਿਸ ਨੂੰ, ਅਤੇ ਸ਼ਸਤਰ ਸੀਮਾ ਬਲ, ਸੈਕਟਰੀਏਟ ਸਿਕਿਉਰਿਟੀ ਫੋਰਸ ਅਤੇ ਰਾਈਫਲ ਅਤੇ ਅਸਾਮ ਰਾਈਫਲ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਸ਼ਾਰਟ ਵਿੱਚ AR ਅਸੀਂ ਕਹਿ ਰਹੇ ਹਾਂ। ਅਤੇ ਇਸ ਤੋਂ ਬਿਨਾਂ ਇਹ ਤੁਹਾਡੀਆਂ ਮਿਨਿਸਟਰੀ ਆਫ ਹੋਮ ਅਫੇਅਰਸ ਦੁਆਰਾ ਸਾਰਾ ਇਹ ਰਿਕਰੂਟਮੈਂਟ ਕੀਤੀ ਜਾਵੇਗੀ। ਇਸ ਦੇ ਲਈ ਇੱਕ PMT ਟੈਸਟ ਵੀ ਹੋਵੇਗਾ। ਪਹਿਲੇ CBT ਟੈਸਟ ਹੋਵੇਗਾ, ਕੰਪਿਊਟਰ ਬੇਸਡ ਟੈਸਟ ਹੋਏਗਾ, ਔਨਲਾਈਨ ਹੋਏਗਾ। ਉਸ ਤੋਂ ਬਾਅਦ ਫਿਰ ਇੱਕ PMT ਟੈਸਟ ਤੁਹਾਡਾ ਹੋਵੇਗਾ। ਅਤੇ ਐਪਲੀਕੇਸ਼ਨ ਜੋ ਹੈ ਉਹ ਔਨਲਾਈਨ ਹੋਏਗੀ, ਉਸ ਨੂੰ ਔਫਲਾਈਨ ਭਰਨ ਦੀ ਇਜਾਜ਼ਤ ਨਹੀਂ ਹੋਵੇਗੀ। ਅਤੇ ਇਹ ਕੰਪਿਊਟਰ ਬੇਸਡ ਟੈਸਟ ਹੈ ਉਹ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਹੀ ਹੋਵੇਗਾ। ਇਸ ਤੋਂ ਬਿਨਾਂ ਅਦਰ ਕੋਈ ਵੀ ਲੈਂਗੁਏਜ ਇਸ ਵਿੱਚ ਨਹੀਂ ਹੋਵੇਗੀ। ਮਤਲਬ ਇਸ ਵਿੱਚ ਤੁਹਾਨੂੰ 2 ਹੀ ਲੈਂਗੁਏਜ ਦੇ ਨਾਲ ਪੇਪਰ ਨੂੰ ਕੰਪਲੀਟ ਕਰਨਾ ਹੈ। ਹੁਣ ਵੈਕੈਂਸੀ ਦੀ ਗੱਲ, ਪੇ ਸਕੇਲ ਦੀ ਗੱਲ ਕਰਦੇ ਹਾਂ। ਇਸ ਵਿੱਚ ਪੇ ਸਕੇਲ 21,700 ਤੋਂ ਲੈ ਕੇ 69,100 ਤੱਕ ਹੋਵੇਗਾ ਜੋ ਕਿ ਪੇ ਸਕੇਲ ਬਹੁਤ ਵਧੀਆ ਹੋਵੇਗਾ। ਅਤੇ ਵੈਕੈਂਸੀ ਦੀ ਗੱਲ ਕਰਦੇ ਹਾਂ, ਇਸ ਵਿੱਚ ਟੋਟਲ 22,400 ਵੈਕੈਂਸੀ ਮੇਲ ਕੈਂਡੀਡੇਟ ਦੀ ਅਤੇ 25,271 ਵੈਕੈਂਸੀ ਫੀਮੇਲ ਕੈਂਡੀਡੇਟ ਦੀ। ਵਿਸਤਾਰ ਨਾਲ ਜਾਣਕਾਰੀ ਲੈਂਦੇ, ਇਸ ਵਿੱਚ BSF ਦੀ SC ਕਾਸਟ ਦੇ ਲਈ 1026 ਪੋਸਟਾਂ ਹਨ, ST ਦੇ ਲਈ 603, OBC ਦੇ ਲਈ 1453, EWS ਇਕਨੋਮਿਕ ਵੀਕਰ ਸੈਕਸ਼ਨ ਦੇ ਲਈ 648, ਜਨਰਲ ਕਾਸਟ ਦੇ ਲਈ 2690 ਹੈ। ਮਤਲਬ ਤੁਸੀਂ BSF ਦੇ ਵਿੱਚ ਅਗਰ ਤੁਸੀਂ ਫਿਲ ਕਰ ਰਹੇ ਹੋ, ਇਸ ਵਿੱਚ ਟੋਟਲ 6413 ਪੋਸਟਾਂ ਜੋ ਸਾਰੀਆਂ ਕਾਸਟਾਂ ਨੂੰ ਮਿਲਾ ਕੇ ਆਉਂਦੀਆਂ ਹਨ ਅਤੇ ਇਹ ਪੋਸਟਾਂ ਸਿਰਫ BSF ਦੇ ਲਈ ਹੀ ਹਨ। ਇਸ ਤੋਂ ਬਿਨਾਂ CISF ਦੀ ਗੱਲ ਕਰਦੇ ਹਾਂ, ਇਸ ਵਿੱਚ 1133 ਪੋਸਟਾਂ, SC ਦੇ ਲਈ 786 ਪੋਸਟਾਂ, ST ਦੇ ਲਈ 1714, OBC ਦੇ ਲਈ 760, EWS ਦੇ ਲਈ 3217 ਪੋਸਟਾਂ ਜੋ ਹੈ ਉਹ ਜਨਰਲ ਕੈਟਾਗਰੀ ਦੇ ਲਈ ਰੱਖੀਆਂ ਗਈਆਂ ਹਨ। ਇਸ ਵਿੱਚ ਟੋਟਲ 7600
10 ਪੋਸਟਾਂ ਹੈ। ਇਹ ਪੋਸਟਾਂ ਜੋ ਮੈਂ ਇਸ ਤੁਹਾਨੂੰ ਹਜੇ ਤੱਕ ਦੱਸੀਆਂ ਨੇ, ਇਹ ਸਿਰਫ ਮੇਲ ਕੈਂਡੀਡੇਟ ਦੀਆਂ ਹੀ ਹਨ। ਇਸ ਤੋਂ ਬਿਨਾਂ ਤੁਸੀਂ BSF ਦੇ ਵਿੱਚ SC ਕਾਸਟ ਵਿੱਚ 176 ਕੁੜੀਆਂ ਫੀਮੇਲ ਕੈਂਡੀਡੇਟ, 110 ST ਕੈਂਡੀਡੇਟ ਫੀਮੇਲ, 255 OBC ਕਾਸਟ ਦੇ ਫੀਮੇਲ ਕੈਂਡੀਡੇਟ, EWS ਦੇ 113, ਜਨਰਲ ਕਾਸਟ ਦੇ 478 ਕੈਂਡੀਡੇਟ ਹੋਣਗੇ। ਕੁੱਲ ਮਿਲਾ ਕੇ 1132 ਪੋਸਟਾਂ ਫੀਮੇਲ ਕੈਂਡੀਡੇਟ ਦੀਆਂ ਹੋਣਗੀਆਂ। ਅਤੇ ਇਸ ਤੋਂ ਬਿਨਾਂ ਜੇ ਅਸੀਂ ਟੋਟਲ ਗੱਲ ਕਰਦੇ ਹਾਂ, BSF ਦੇ ਵਿੱਚ ਮੇਲ ਅਤੇ ਫੀਮੇਲ ਕੈਂਡੀਡੇਟ ਦੀਆਂ ਟੋਟਲ 7545 ਪੋਸਟਾਂ ਹਨ। ਇਸ ਤੋਂ ਬਿਨਾਂ ਇਸੇ ਤਰ੍ਹਾਂ CISF ਵਿੱਚ ਅਲੱਗ-ਅਲੱਗ ਪੋਸਟਾਂ ਕੈਟਾਗਰੀ ਦੇ ਅਕੋਰਡਿੰਗ ਦਿੱਤੀਆਂ ਗਈਆਂ ਹਨ। CRPF ਦੇ ਵਿੱਚ ਕੋਈ ਵੀ ਪੋਸਟ ਨਹੀਂ ਹੈ। ਮੇਲ ਔਰ ਕੈਂਡੀਡੇਟ ਫੀਮੇਲ ਕੈਂਡੀਡੇਟ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਪੋਸਟ ਨਹੀਂ ਹੈ। ਸੀਮਾ ਸੁਰੱਖਿਆ ਬਲ SSB ਦੇ ਵਿੱਚ SC ਕੈਂਡੀਡੇਟ ਦੀਆਂ 604 ਪੋਸਟਾਂ, 314 ਪੋਸਟਾਂ ST ਦੀਆਂ, ਅਤੇ ਇਸੇ ਤਰ੍ਹਾਂ ਜਨਰਲ ਕਾਸਟ ਦੀਆਂ 1616 ਪੋਸਟਾਂ, ਕੁੱਲ ਮਿਲਾ ਕੇ 3816 ਪੋਸਟਾਂ ਇਹ ਬਣਦੀਆਂ ਹਨ। ਅਤੇ ਇਸੇ ਤਰ੍ਹਾਂ SSF ਦੇ ਵਿੱਚ 28 SC ਕਾਸਟ ਦੀਆਂ, ST ਦੀਆਂ 14, 49 ਮੇਲ ਕੈਂਡੀਡੇਟ, 19 EWS ਕੈਂਡੀਡੇਟ ਅਤੇ 84 ਜਨਰਲ ਕੈਂਡੀਡੇਟ, ਕੁੱਲ ਮਿਲਾ ਕੇ 194 ਪੋਸਟਾਂ ਬਣਦੀਆਂ ਨੇ। ਇਸੇ ਤਰ੍ਹਾਂ ਫੀਮੇਲ ਕੈਂਡੀਡੇਟ ਦੀਆਂ ਇਹ ਪੋਸਟਾਂ ਟੋਟਲ ਕੈਟਾਗਰੀ ਵਾਈਜ਼ ਕੁੱਲ ਮਿਲਾ ਕੇ 46 ਪੋਸਟਾਂ ਬਣਦੀਆਂ ਹਨ। ਅਤੇ SSF ਦੇ ਵਿੱਚ ਟੋਟਲ 240 ਪੋਸਟਾਂ ਮੇਲ ਅਤੇ ਫੀਮੇਲ ਕੈਂਡੀਡੇਟ ਦੀਆਂ ਹਨ। ਅਤੇ ਕੁੱਲ ਮਿਲਾ ਕੇ 25,271 ਪੋਸਟਾਂ ਮੁੰਡਿਆਂ ਅਤੇ ਕੁੜੀਆਂ ਦੇ ਲਈ ਹਨ। ਅਤੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪੋਸਟਾਂ 10ਵੀਂ ਬੇਸ 'ਤੇ ਹੀ ਹਨ, ਅਤੇ ਇਸ ਵਿੱਚ ਜ਼ਿਆਦਾ ਐਜੂਕੇਸ਼ਨ ਦੀ ਲੋੜ ਨਹੀਂ ਹੈ, ਅਤੇ ਸਿਰਫ ਤੁਹਾਡੇ ਕੋਲ 10ਵੀਂ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਅਤੇ ਇਸ ਤੋਂ ਬਿਨਾਂ ਏਜ ਦਾ ਬਹੁਤ ਜ਼ਰੂਰੀ ਹੈ। ਏਜ ਜੋ ਲਿਮਿਟ ਹੈ ਉਹ 18 ਤੋਂ 23 ਸਾਲ ਦੀ ਰੱਖੀ ਗਈ ਹੈ। 1/8/2021 ਨੂੰ 18 ਸਾਲ ਦੀ ਏਜ ਹੈ ਉਹ ਹੋਣੀ ਚਾਹੀਦੀ ਹੈ। ਅਤੇ ਇਸ ਤੋਂ ਬਿਨਾਂ ਏਜ 2/8/1998 ਤੋਂ ਲੈ ਕੇ 1/8/2003 ਇਹਨਾਂ ਦੋਨਾਂ ਦੇ ਬਿਟਵੀਨ ਹੀ ਹੋਣੀ ਚਾਹੀਦੀ ਹੈ। 2/8/1998 ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ, ਅਤੇ 1/8/2003 ਤੋਂ ਬਾਅਦ ਨਹੀਂ ਹੋਣੀ ਚਾਹੀਦੀ। ਇਹਨਾਂ ਦੋਨਾਂ ਏਜ ਦੇ ਵਿਚਕਾਰ ਦੇ ਜੋ ਕੈਂਡੀਡੇਟ ਨੇ ਉਹ ਫਾਰਮ ਨੂੰ ਫਿਲ ਕਰ ਸਕਦੇ ਹਨ ਅਤੇ ਉਹੀ ਐਲੀਜੀਬਲ ਹੋਣਗੇ। ਇਸ ਤੋਂ ਬਿਨਾਂ ਅਦਰ ਏਜ ਕ੍ਰਾਈਟੇਰੀਆ ਜਿਸ ਦਾ ਮੈਚ ਨਹੀਂ ਹੁੰਦਾ ਉਸ ਨੂੰ ਫਿਲ ਨਹੀਂ ਕਰ ਸਕਦੇ ਹਨ। ਲੇਕਿਨ ਇਸ ਦੇ ਵਿੱਚ ਪ੍ਰੈਫਰੈਂਸਿਸ ਦਿੱਤੀ ਗਈ ਹੈ, ਏਜ ਰਿਲੈਕਸੇਸ਼ਨ ਦਿੱਤੀ ਗਈ ਹੈ। ਏਜ ਰਿਲੈਕਸੇਸ਼ਨ ਜਿਸ ਤਰ੍ਹਾਂ SC ਜਾਂ ST ਦੇ ਲਈ 5 ਸਾਲ ਦੀ ਏਜ ਰਿਲੈਕਸੇਸ਼ਨ ਹੈ, ਮਤਲਬ 28 ਸਾਲ ਦਾ ਜੋ ਕੈਂਡੀਡੇਟ ਹੈ SC ਕਾਸਟ ਵਿੱਚ ਉਹ ਇਸ ਨੂੰ ਭਰ ਸਕਦਾ ਹੈ। OBC ਦੇ ਵਿੱਚ 3 ਸਾਲ ਦੀ ਰਿਲੈਕਸੇਸ਼ਨ, ਮਤਲਬ ਤੁਸੀਂ 26 ਸਾਲ ਤੱਕ ਇਸ ਨੂੰ ਭਰ ਸਕਦੇ ਹੋ। 3 ਸਾਲ ਦੀ ਰਿਲੈਕਸੇਸ਼ਨ ਹੈ ਤੁਹਾਡੇ ਲਈ। ਤੁਹਾਡੇ ਕੋਲ ਇਹਨਾਂ ਦੇ ਰਿਲੇਟਿਡ ਕੈਟਾਗਰੀ ਦੇ ਵਾਈਜ਼ ਤੁਹਾਡੇ ਕੋਲ ਸਰਟੀਫਿਕੇਟ ਹੋਣੇ ਜ਼ਰੂਰੀ ਹਨ। ਐਕਸ ਸਰਵਿਸਮੈਨ ਦੇ ਵਿੱਚ 3 ਸਾਲ ਦੀ ਛੋਟ ਹੈ। ਇਸ ਤਰ੍ਹਾਂ ਫਰੀडम ਫਾਈਟਰ ਦੇ ਵਿੱਚ 5 ਅਤੇ 8 ਸਾਲ ਤੱਕ ਦੀ ਛੋਟ ਦਿੱਤੀ ਗਈ ਹੈ। ਅਤੇ ਅੱਗੇ ਅਸੀਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਐਜੂਕੇਸ਼ਨ ਦੀ। ਐਜੂਕੇਸ਼ਨ ਦੇ ਵਿੱਚ ਜਿਵੇਂ ਕਿ ਪਹਿਲਾਂ ਹੀ ਪਤਾ ਹੈ ਕਿ ਸਾਡੇ ਕੋਲ 10th ਦਾ ਸਰਟੀਫਿਕੇਟ ਹੋਣਾ ਬਹੁਤ ਲਾਜ਼ਮੀ ਹੈ। ਮਿਨੀਮਮ ਐਜੂਕੇਸ਼ਨ 10th ਹੈ। ਇਸ ਤੋਂ ਬਿਨਾਂ
ਤੁਹਾਡੇ ਕੋਲ ਜੇਕਰ NCC ਦਾ ਕੋਈ ਸਰਟੀਫਿਕੇਟ ਹੈ, ਕੋਈ ਸਰਟੀਫਿਕੇਟ NCC ਦਾ ABC 3 ਕੈਟਾਗਰੀਆਂ ਹਨ, ਉਸ ਦੇ ਅਕੋਰਡਿੰਗ ਤੁਹਾਨੂੰ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਡੇ ਨੰਬਰਾਂ ਦੇ ਵਿੱਚ ਵਾਧਾ ਹੋਏਗਾ। ਜਿਸ ਤਰ੍ਹਾਂ ਕਿ NCC ਦਾ A ਸਰਟੀਫਿਕੇਟ ਜਿਸ ਕੋਲ ਉਸ ਨੂੰ 2%, NCC ਦਾ B ਸਰਟੀਫਿਕੇਟ ਉਸ ਨੂੰ 3%, NCC ਦਾ C ਸਰਟੀਫਿਕੇਟ ਉਸ ਨੂੰ 5% ਦੀ ਰਿਲੈਕਸੇਸ਼ਨ ਹੋਏਗੀ। ਹੁਣ ਇਸ ਨੂੰ ਅਸੀਂ ਫਿਲ ਕਿਵੇਂ ਕਰਨਾ ਹੈ ਉਸ ਦੇ ਬਾਰੇ ਵਿੱਚ ਗੱਲ ਕਰਦੇ ਹਾਂ। ਫਿਲ ਕਰਨ ਦੇ ਲਈ ਤੁਹਾਡੇ ਕੋਲ ਇੱਕ ਪਾਸਪੋਰਟ ਸਾਈਜ਼ ਫੋਟੋ ਜੋ ਕਿ JPG ਹੋਏਗੀ ਅਤੇ ਉਸ ਦਾ ਸਾਈਜ਼ 20 ਤੋਂ 50 KB ਦੇ ਬਿਟਵੀਨ ਹੋਣਾ ਚਾਹੀਦਾ, 20 ਤੋਂ ਘੱਟ ਨਹੀਂ ਅਤੇ 50 ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਫੋਟੋ 3 ਮਹੀਨੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ ਅਤੇ ਜੋ ਫੋਟੋ ਤੁਹਾਡੀ ਹੋਏਗੀ ਉਹ ਬਿਲਕੁਲ ਕਲੀਅਰਲੀ ਪ੍ਰਿੰਟ ਹੋਣੀ ਚਾਹੀਦੀ ਹੈ। ਅਤੇ ਇਸ ਤੋਂ ਬਿਨਾਂ ਅਗਰ ਤੁਹਾਡੀ ਫੋਟੋ ਹੈ ਉਹ ਸਾਫ਼ ਨਹੀਂ ਹੈ ਅਤੇ ਉਹ ਤੁਹਾਡਾ ਫੋਰਮ ਹੈ ਉਹ ਰਿਜੈਕਟ ਹੋਵੇਗਾ। ਅਤੇ ਫੋਟੋ ਦੇ ਡਾਇਮੈਂਸ਼ਨ ਜੋ ਹੈ ਉਹ 3.5 ਸੈਂਟੀਮੀਟਰ ਅਤੇ 4.5 ਸੈਂਟੀਮੀਟਰ ਵਿਡਥ ਅਤੇ ਹਾਈਟ ਹੋਣੀ ਚਾਹੀਦੀ ਹੈ। ਅਤੇ ਫੋਟੋ ਕੈਪ ਮਤਲਬ ਟੋਪੀ ਵਾਲੀ ਜਾਂ ਐਨਕਾਂ ਵਾਲੀ ਅਤੇ ਨਹੀਂ ਹੋਣੀ ਚਾਹੀਦੀ ਹੈ। ਫੋਟੋ ਵਿੱਚ ਦੋਨੋਂ ਕੰਨ ਤੁਹਾਡੇ ਵਿਜ਼ੀਬਲ ਪ੍ਰੋਪਰਲੀ ਵਿਜ਼ੀਬਲ ਹੋਣੇ ਚਾਹੀਦੇ ਆ। ਅਤੇ ਇਸ ਨੂੰ ਤੁਸੀਂ 31 ਤਰੀਕ ਤੱਕ ਫਿਲ ਕਰ ਸਕਦੇ ਹੋ। ਫੋਰਮ ਨੂੰ ਰਾਤ ਨੂੰ 11:30 ਵਜੇ ਤੱਕ ਫਿਲ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਫੀਸ ਸਟਰਕਚਰ ਦੀ। ਫੀਸ ਸਟਰਕਚਰ 100 ਰੁਪਇਆ ਫੀਸ ਹੋਵੇਗੀ ਜਨਰਲ ਕੈਂਡੀਡੇਟਸ ਦੀ। ਇਸ ਤੋਂ ਬਿਨਾਂ ਜੋ ਵੂਮੈਨ ਨੇ ਮਤਲਬ ਫੀਮੇਲ ਕੈਂਡੀਡੇਟ ਨੇ ਉਸ ਦੀ ਕੋਈ ਵੀ ਫੀਸ ਨਹੀਂ ਹੋਵੇਗੀ। ਇਸ ਤਰ੍ਹਾਂ ST ਕੈਂਡੀਡੇਟ ਅਤੇ ਐਕਸ ਸਰਵਿਸਮੈਨ ਇਹਨਾਂ ਨੂੰ ਫੀਸ ਐਗਜ਼ਾਮਟ ਹੋਏਗੀ, ਕੋਈ ਵੀ ਫੀਸ ਵੂਮੈਨ ਕੈਂਡੀਡੇਟ ਦੀ ਨਹੀਂ ਹੋਵੇਗੀ। ਅਤੇ ਐਪਲੀਕੇਸ਼ਨ ਦੀ ਜੋ ਫੀਸ ਹੈ ਉਹ ਤੁਸੀਂ ਕਿਸੇ ਵੀ ਮੋਡ ਦੇ ਥਰੂ ਦੇ ਸਕਦੇ ਹੋ, ਚਾਹੇ ਤੁਸੀਂ ਭੀਮ ਐਪ UPI ਕਰ ਸਕਦੇ ਹੋ, ਚਾਹੇ ਨੈੱਟ ਬੈਂਕਿੰਗ ਕਰ ਸਕਦੇ ਹੋ, ਡੈਬਿਟ ਰੁਪਏ ਕੋਈ ਵੀ ਕਾਰਡ ਦੇ ਥਰੂ ਪੇਮੈਂਟ ਕਰ ਸਕਦੇ ਹੋ। ਪੇਮੈਂਟ ਜੋ ਤੁਸੀਂ ਆ 2 ਸਤੰਬਰ ਤੱਕ ਕਰ ਸਕਦੇ ਹੋ ਅਤੇ ਰਾਤ ਨੂੰ 11:30 ਵਜੇ ਤੱਕ ਤੁਸੀਂ ਫੀਸ ਪੇਮੈਂਟ ਕਰ ਸਕਦੇ ਹੋ। ਇਸ ਤੋਂ ਬਿਨਾਂ ਅਸੀਂ ਸੈਂਟਰ ਦੀ ਗੱਲ ਕਰਦੇ ਹਾਂ ਜੋ ਸਾਡੇ ਲੋਕਲ ਸੈਂਟਰ ਪੰਜਾਬ ਦੇ ਲਈ ਹਨ। ਉਸ ਵਿੱਚ ਸਭ ਤੋਂ ਪਹਿਲਾਂ ਅਸੀਂ ਚੰਡੀਗੜ੍ਹ, ਮੋਹਾਲੀ ਪ੍ਰੈਫਰੈਂਸਿਸ ਦੇ ਸਕਦੇ ਹਾਂ। ਇਸ ਤੋਂ ਬਿਨਾਂ ਹਮੀਰਪੁਰ, ਸ਼ਿਮਲਾ, ਜੰਮੂ ਇਹ ਸਾਰੇ ਸੈਂਟਰਾਂ ਦੇ ਵਿੱਚ ਤੁਸੀਂ ਸੈਂਟਰ ਚੁਆਇਸ ਕਰਕੇ ਤੁਸੀਂ ਆਪਣਾ ਐਗਜ਼ਾਮ ਫਿਲ ਕਰ ਸਕਦੇ ਹੋ। ਅਤੇ ਅੱਗੇ ਗੱਲ ਕਰਦੇ ਹਾਂ ਅਸੀਂ ਟੈਸਟ ਦੀ। ਜੋ ਟੈਸਟ ਹੈ ਉਸ ਵਿੱਚ ਇੱਕ ਕੰਪਿਊਟਰ ਬੇਸਡ ਟੈਸਟ ਹੋਣਾ ਹੈ ਜਿਸ ਨੂੰ ਅਸੀਂ CBE ਐਗਜ਼ਾਮੀਨੇਸ਼ਨ ਬੋਲ ਦਿੰਦੇ ਹਾਂ। ਕੰਪਿਊਟਰ ਬੇਸਡ ਟੈਸਟ ਵਿੱਚ ਤੁਹਾਨੂੰ ਜਨਰਲ ਇੰਟੈਲੀਜੈਂਸ ਅਤੇ ਰੀਜ਼ਨਿੰਗ ਦੇ 25 ਕੁਐਸਚਨ ਹੋਣਗੇ ਅਤੇ ਉਸ ਤੋਂ ਬਿਨਾਂ ਜਨਰਲ ਨੌਲੇਜ ਅਤੇ ਅਵੇਅਰਨੈਸ ਦੇ 25 ਕੁਐਸਚਨ ਅਤੇ ਇਸ ਤੋਂ ਬਿਨਾਂ ਐਲੀਮੈਂਟਰੀ ਮੈਥਮੈਟਿਕਸ ਮਤਲਬ 10th ਤੱਕ ਦਾ ਮੈਥ ਹੋਵੇਗਾ ਜਿਸ ਦੇ ਵਿੱਚ 25 ਕੁਐਸਚਨ ਹੋਣਗੇ। ਇੰਗਲਿਸ਼ ਅਤੇ ਹਿੰਦੀ ਦੇ 25 ਕੁਐਸਚਨ ਹੋਣਗੇ ਅਤੇ ਟੋਟਲ ਤੁਹਾਡੇ ਪਾਸ 1.5 ਘੰਟਾ ਹੋਵੇਗਾ ਮਤਲਬ 90 ਮਿੰਟ ਹੋਣਗੇ। ਇਹਨਾਂ ਦੇ ਵਿੱਚ ਹੀ ਤੁਸੀਂ ਆਪਣਾ ਫਾਰਮ ਕੰਪਲੀਟ ਕਰਨਾ ਹੈ। ਇਸ ਵਿੱਚ ਇੱਕ ਮੇਜਰ ਜੋ ਚੀਜ਼ ਹੈ ਉਹ ਨੈਗੇਟਿਵ ਮਾਰਕਿੰਗ ਦੀ ਹੈ। ਨੈਗੇਟਿਵ ਮਾਰਕਿੰਗ ਅਗਰ ਤੁਹਾਡਾ ਇੱਕ ਕੁਐਸਚਨ ਗਲਤ ਹੁੰਦਾ ਹੈ ਤਾਂ ਉਸਦੇ ਤੁਹਾਡੇ 0.25 ਮਾਰਕਸ ਹੈ ਉਹ ਤੁਹਾਡੇ ਘੱਟ ਹੋਣਗੇ। ਅਤੇ ਇਸ ਲਈ ਤੁਸੀਂ ਜੋ ਕੁਐਸਚਨ ਕਰਨੇ ਨੇ ਬਹੁਤ ਧਿਆਨ ਦੇ ਨਾਲ ਕਰਨੇ ਨੇ ਅਤੇ ਕੋਈ ਵੀ ਕੁਐਸਚਨ ਜਿਹਦੇ ਤੁਹਾਨੂੰ ਡਾਊਟ ਹੈ ਉਹ ਤੁਸੀਂ ਬਾਅਦ ਵਿੱਚ ਕਰਨਾ ਹੈ ਬਹੁਤ ਸੋਚ ਸਮਝ ਕੇ। ਅਤੇ ਫਿਜ਼ੀਕਲੀ ਜੋ ਟੈਸਟ ਹੋਣਾ ਹੈ ਉਸ ਦੇ ਵਿੱਚ ਜੋ ਮੇਲ ਕੈਂਡੀਡੇਟ ਨੇ ਉਸ ਦੀ
5 ਕਿਲੋਮੀਟਰ ਦੀ ਜੋ ਦੌੜ ਹੋਏਗੀ ਉਹ 24 ਮਿੰਟ ਦਾ ਸਮਾਂ ਹੋਏਗਾ। ਅਤੇ ਫੀਮੇਲ ਕੈਂਡੀਡੇਟ ਨੇ ਉਹਨਾਂ ਦੀ 1.5 ਕਿਲੋਮੀਟਰ ਦੀ ਦੌੜ ਹੋਵੇਗੀ ਜੋ ਕਿ 8.5 ਮਿੰਟ ਵਿੱਚ ਪੂਰੀ ਕਰਨੀ ਹੋਵੇਗੀ। ਅਤੇ ਇਸ ਤੋਂ ਬਿਨਾਂ ਗੱਲ ਕਰਦੇ ਹਾਂ ਅਸੀਂ ਹਾਈਟ ਦੀ। ਜੋ ਮੇਲ ਕੈਂਡੀਡੇਟ ਨੇ ਉਸ ਦੀ ਹਾਈਟ 170 ਸੈਂਟੀਮੀਟਰ ਹੋਣੀ ਲਾਜ਼ਮੀ ਅਤੇ ਫੀਮੇਲ ਕੈਂਡੀਡੇਟ ਦੀ ਹਾਈਟ 157 ਸੈਂਟੀਮੀਟਰ ਹਾਈਟ ਹੋਣੀ ਚਾਹੀਦੀ ਹੈ। ਕੈਟਾਗਰੀ ਦੇ ਵਾਈਜ਼ ਹਾਈਟ ਦੇ ਵਿੱਚ ਵੀ ਰਿਲੈਕਸੇਸ਼ਨ ਹੋਏਗੀ। SC ST ਕੈਂਡੀਡੇਟ ਹੈ ਜੇ OBC ਕੈਂਡੀਡੇਟ ਨੇ ਅਤੇ ਉਹਨਾਂ ਦੇ ਵਿੱਚ ਏਜ ਰਿਲੈਕਸੇਸ਼ਨ ਦੇ ਨਾਲ ਹਾਈਟ ਰਿਲੈਕਸੇਸ਼ਨ ਵੀ ਉਹਨਾਂ ਨੂੰ ਮਿਲੇਗੀ। ਉਸ ਤੋਂ ਬਾਅਦ ਜਦੋਂ ਅਸੀਂ ਫੋਰਮ ਫਿਲ ਕਰਨਾ ਹੈ ਉਸ ਵਿੱਚ ਤੁਹਾਨੂੰ ਪ੍ਰੈਫਰੈਂਸਿਸ ਹੈ ਜੋ ਦਿੱਤੀਆਂ ਗਈਆਂ ਹਨ, ਜੋ BSF ਦੀਆਂ ਪੋਸਟਾਂ ਹਨ ਉਸ ਦੀਆਂ, ਅਤੇ ਜੋ ਅਦਰ ਪੋਸਟਾਂ ਨੇ ਉਹਨਾਂ ਦੀ ਪ੍ਰੈਫਰੈਂਸਿਸ ਭਰਨੀ ਜ਼ਰੂਰੀ ਹੋਵੇਗੀ। ਘੱਟੋ ਘੱਟ 6 ਤੁਸੀਂ ਪ੍ਰੈਫਰੈਂਸਿਸ ਭਰਨੀਆਂ ਨੇ। ਸਭ ਤੋਂ ਪ੍ਰੈਫਰੈਂਸਿਸ ਮਤਲਬ ਕਿ ਤੁਸੀਂ ਪਹਿਲਾਂ ਆਰਮ ਪੁਲਿਸ BSF ਦੀ ਭਰਨਾ ਚਾਹੁੰਦੇ ਹੋ, NIS ਦੀ ਭਰਨਾ ਚਾਹੁੰਦੇ ਹੋ, ਇਸ ਤਰ੍ਹਾਂ ਤੁਸੀਂ ਪ੍ਰੈਫਰੈਂਸਿਸ ਜੋ ਹੈ ਉਹ ਆਪਣੀਆਂ ਭਰਨੀਆਂ ਨੇ। ਅਤੇ ਇਸ ਦੇ ਲਈ ਤੁਸੀਂ ਸਭ ਤੋਂ ਪਹਿਲੇ ਰਜਿਸਟ੍ਰੇਸ਼ਨ ਕਰਨੀ ਹੈ। ਰਜਿਸਟ੍ਰੇਸ਼ਨ ਦੇ ਲਈ ਤੁਹਾਡੇ ਕੋਲ ID ਪ੍ਰੂਫ ਹੋਣਾ ਜ਼ਰੂਰੀ ਹੈ। ਅਤੇ ID ਪ੍ਰੂਫ ਜੋ ਤੁਹਾਡਾ ਕੋਈ ਵੀ ਅਗਰ ਤੁਹਾਡੇ ਪਾਸ ਆਧਾਰ ਕਾਰਡ ਹੈ ਉਹ ਯੂਜ਼ ਕਰ ਸਕਦੇ ਹੋ। ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪਾਸਪੋਰਟ, ਇਹ ਤੁਹਾਡੇ ਕੋਲ ID ਪ੍ਰੂਫ ਹੋਣਾ ਜ਼ਰੂਰੀ ਹੈ। 10th ਨੂੰ ਤੁਸੀਂ ਡੇਟ ਆਫ ਬਰਥ ਦੇ ਲਈ ਯੂਜ਼ ਕਰ ਸਕਦੇ ਹੋ। ਅਤੇ ਇਸ ਤਰ੍ਹਾਂ ਤੁਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਸ ਤਰ੍ਹਾਂ NCC ਦਾ ਕੋਈ ਤੁਹਾਡੇ ਕੋਲ ਸਰਟੀਫਿਕੇਟ ਹੈ ਉਸਦੇ 2, 3 ਅਤੇ 5 ਤੱਕ ਤੁਹਾਡੇ ਨੰਬਰ ਤੁਹਾਨੂੰ ਮਿਲਣਗੇ। ਅਤੇ ਐਪਲੀਕੇਸ਼ਨ ਫਿਲ ਕਰਨ ਦੇ ਲਈ ਜੋ ਤੁਹਾਡੀ ਪ੍ਰਾਇਓਰਟੀ ਸੀ ਉਸ ਵਿੱਚ ਜੋ BSF ਹੈ ਉਸਨੂੰ ਅਸੀਂ A ਦੇ ਤੌਰ 'ਤੇ ਫਿਲ ਕਰਾਂਗੇ, CISF ਨੂੰ B, SSB ਨੂੰ D, ITBP ਨੂੰ E, ਆਸਾਮ ਰਾਈਫਲਜ਼ ਨੂੰ F, SSF ਨੂੰ H ਦੇ ਨਾਲ ਪ੍ਰਾਇਓਰਟੀ ਅਸੀਂ ਦੇਵਾਂਗੇ। ਅਤੇ ਇਸ ਤਰ੍ਹਾਂ ਰਜਿਸਟ੍ਰੇਸ਼ਨ ਲਈ ਤੁਹਾਡੇ ਕੋਲ ਇੱਕ ਵੈਲਿਡ ਈਮੇਲ ID ਹੋਣੀ ਚਾਹੀਦੀ ਹੈ ਅਤੇ ਇੱਕ ਫੋਨ ਜੋ ਤੁਹਾਡਾ ਚੱਲਦਾ ਹੋਣਾ ਚਾਹੀਦਾ ਹੈ ਜਿਸ 'ਤੇ ਤੁਹਾਨੂੰ OTP ਆਏਗਾ, ਅਤੇ ਮੇਲ ਵੈਰੀਫਿਕੇਸ਼ਨ ਵੀ ਹੋਣੀ ਹੈ ਤੁਹਾਡੀ, ਅਤੇ ID ਪ੍ਰੂਫ ਹੋਣੇ ਚਾਹੀਦੇ ਆ। ਕੈਟਾਗਰੀ ਦੇ ਅਕੋਰਡਿੰਗ ਤੁਹਾਡੇ ਕੋਲ ਸਰਟੀਫਿਕੇਟ ਹੋਣੇ ਲਾਜ਼ਮੀ ਹੈ। ਜਿਸ ਤਰ੍ਹਾਂ ਕਿ SC ਦੀ ਕਾਸਟ ਨੂੰ ਸ਼ੋਅ ਕਰਨ ਲਈ SC ਸਰਟੀਫਿਕੇਟ, OBC ਦੇ ਲਈ EWS ਇਕਨੋਮਿਕ ਵੀਕਰ ਸੈਕਸ਼ਨ ਜੋ ਕਿ ਇੱਕ ਜਨਰਲ ਕਾਸਟ ਵਿੱਚੋਂ ਸਟੂਡੈਂਟਸ ਨੇ ਹੁੰਦੇ ਨੇ, ਜੋ ਕੈਂਡੀਡੇਟ ਹੁੰਦੇ ਨੇ, ਉਹਨਾਂ ਕੋਲ ਇਹ ਸਰਟੀਫਿਕੇਟ ਬਣਾਇਆ ਵਾ ਹੋਣਾ ਜ਼ਰੂਰੀ ਹੈ ਅਗਰ ਉਹ ਇਸ ਨੂੰ ਭਰਦੇ ਆ। ਇਸ ਤਰ੍ਹਾਂ ਇਹਨਾਂ ਨੂੰ ਤੁਸੀਂ ਲਾਸਟ 31 ਤਰੀਕ ਤੋਂ ਪਹਿਲੇ ਫਿਲ ਕਰ ਸਕਦੇ ਹੋ। ਅਤੇ ਲਾਸਟ ਡੇਟ ਹੈ ਤੁਸੀਂ ਧਿਆਨ ਰੱਖਣਾ ਕਿ 31 ਤਰੀਕ ਮਤਲਬ 31 ਅਗਸਤ ਫੋਰਮ ਫਿਲਿੰਗ ਦੀ ਲਾਸਟ ਡੇਟ ਹੈ, ਅਤੇ ਲਾਸਟ ਡੇਟ ਤੋਂ ਪਹਿਲਾਂ ਤੁਸੀਂ ਫੋਰਮ ਫਿਲ ਕਰਨਾ ਹੈ। ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ। ਸਤਿ ਸ਼੍ਰੀ ਅਕਾਲ ਦੋਸਤੋ।